ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ। ਮੈਂ ਵरुण ਕੌਰ ਮਾਨ। ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਰੀਅਲ ਅਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਅਸਟੇਟ ਦੀ ਦੁਨੀਆ ਦੇ ਵਿੱਚ ਮੰਨਿਆ ਪ੍ਰਮੰਨਿਆ ਨਾਮ। ਪੇਸ਼ ਨੇ ਪਹਿਲਾਂ ਝੁਣ ਦੀਆਂ ਖਬਰਾਂ। ਯੂਕਰੇਨ ਵਿੱਚ ਫਸੇ ਭਾਰਤੀਆਂ ਲਈ ਕੇਂਦਰ ਸਰਕਾਰ ਦੀ ਨਵੀਂ ਐਡਵਾਈਜ਼ਰੀ ਜਾਰੀ। ਬਾਰਡਰ ਏਰੀਆ ਵਿੱਚ ਨਾ ਜਾਣ ਦੀ ਕੀਤੀ ਗਈ ਸਖਤ ਹਦਾਇਤ। ਪੰਜਾਬ ਸਰਕਾਰ ਨੇ ਯੂਕਰੇਨ ਵਿੱਚ ਫਸੇ ਲੋਕਾਂ ਦੀ ਮਦਦ ਲਈ 24 ਘੰਟੇ ਕੰਟਰੋਲ ਰੂਮ ਸਥਾਪਿਤ ਕੀਤਾ। ਹੈਲਪਲਾਈਨ ਨੰਬਰ ਵੀ ਜਾਰੀ। ਅਮਰੀਕੀ ਟ੍ਰੈਜਰੀ ਦਾ ਵੱਡਾ ਫੈਸਲਾ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੇ ਹੋਰ ਲੀਡਰਾਂ ਤੇ ਲਗਾਈ ਗਈ ਪਾਬੰਦੀ। ਕੀਵ ਵਿੱਚ ਦਾਖਲ ਹੋਈ ਰੂਸੀ ਫੌਜ। ਰਾਸ਼ਟਰਪਤੀ ਜ਼ੇਲੈਂਸਕੀ ਹੋਏ ਅੰਡਰਗਰਾਉਂਡ। ਕੀਵ ਵਿੱਚ ਹੀ ਹਨ ਯੂਕਰੇਨ ਦੇ ਰਾਸ਼ਟਰਪਤੀ। ਦੇਸ਼ ਛੱਡ ਕੇ ਨਹੀਂ ਭੱਜੇ। ਵੀਡੀਓ ਜਾਰੀ ਕਰਕੇ ਦਿੱਤਾ ਸੰਦੇਸ਼। ਯੂਕਰੇਨ ਦਾ ਦਾਅਵਾ ਰੂਸ ਦੇ 300 ਪੈਰਾ ਟਰੂਪਰਸ ਨਾਲ ਭਰੇ ਪਲੇਨ ਮਾਰ ਗਿਰਾਏ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। यूक्रेन रूस ਵਿੱਚ ਚੱਲ ਰਹੀ ਜੰਗ ਕਾਰਨ ਹਾਲਾਤ ਤਣਾਅਪੂਰਨ ਨੇ। ਇਸ ਦੌਰਾਨ ਯੂਕਰੇਨ ਵਿੱਚ ਫਸੇ ਭਾਰਤੀਆਂ ਲਈ ਭਾਰਤ ਸਰਕਾਰ ਨੇ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਹੈ। ਨਵੀਂ ਐਡਵਾਈਜ਼ਰੀ ਮੁਤਾਬਕ ਉੱਥੇ ਫਸੇ ਲੋਕਾਂ ਨੂੰ ਬਾਰਡਰ ਏਰੀਆ ਵਿੱਚ ਨਾ ਜਾਣ ਦੀ ਸਖਤ ਹਦਾਇਤ ਕੀਤੀ ਗਈ ਹੈ। ਐਮਈ ਵੱਲੋਂ ਟਵੀਟ ਕਰਕੇ ਕਿਹਾ ਗਿਆ ਹੈ ਕਿ ਸਾਰੇ ਭਾਰਤੀ ਨਾਗਰਿਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਭਾਰਤ ਸਰਕਾਰ ਦੇ ਅਧਿਕਾਰੀਆਂ ਨਾਲ ਬਿਨਾਂ ਤਾਲਮੇਲ ਉਹ ਕਿਸੇ ਵੀ ਬਾਰਡਰ ਪੋਸਟ ਤੇ ਨਾ ਜਾਣ। ਕਾਬਿਲੇ ਗੌਰ ਹੈ ਕਿ ਯੂਕਰੇਨ ਵਿੱਚ ਫਸੇ ਭਾਰਤੀਆਂ ਦੀ ਵਾਪਸੀ ਹੁਣ ਸ਼ੁਰੂ ਹੋ ਗਈ ਹੈ। ਰੋਮਾਨੀਆ ਰਸਤੇ ਇਹਨਾਂ ਸਾਰਿਆਂ ਨੂੰ ਦੇਸ਼ ਵਾਪਸ ਲਿਆਂਦਾ ਜਾ ਰਿਹਾ। ਉਂਝ ਭਾਰਤੀ ਵਿਦਿਆਰਥੀਆਂ ਦੀ ਵਤਨ ਵਾਪਸੀ ਦੀ ਤਿਆਰੀ ਵੀਰਵਾਰ ਨੂੰ ਹੀ ਸ਼ੁਰੂ ਕਰ ਦਿੱਤੀ ਗਈ ਸੀ, ਜਦੋਂ ਵਿਦੇਸ਼ ਮੰਤਰਾਲੇ ਨੇ ਜਾਣਕਾਰੀ ਦਿੱਤੀ ਸੀ ਕਿ ਪੋਲੈਂਡ ਤੇ ਹੰਗਰੀ ਰਸਤੇ ਸਾਰਿਆਂ ਨੂੰ ਬਾਹਰ ਕੱਢਿਆ ਜਾਏਗਾ। ਜਾਣਕਾਰੀ ਮੁਤਾਬਕ ਯੂਕਰੇਨ ਵਿੱਚ ਹੁਣ 18,000 ਦੇ ਕਰੀਬ ਭਾਰਤੀ ਫਸੇ ਹੋਏ ਨੇ, ਜਿਨ੍ਹਾਂ ਵਿੱਚ ਵੱਡੀ ਗਿਣਤੀ 'ਚ ਵਿਦਿਆਰਥੀਆਂ ਦਾ ਅੰਕੜਾ ਹੈ ਜੋ ਉੱਥੇ ਪੜ੍ਹਨ ਗਏ ਸਨ। ਇਸ ਦੌਰਾਨ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਸਨ ਜਿੱਥੇ ਮੈਡੀਕਲ ਦੇ ਵਿਦਿਆਰਥੀ ਬੰਕਰਾਂ ਵਿੱਚ ਲੁਕਣ ਨੂੰ ਮਜਬੂਰ ਨੇ। ਇਸੇ ਕਾਰਨ ਭਾਰਤ ਸਰਕਾਰ ਵੱਲੋਂ ਰੈਸਕਿਊ ਮਿਸ਼ਨ ਤੇਜ਼ ਕੀਤਾ ਜਾ ਰਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਪੁਤਿਨ ਨਾਲ ਫੋਨ ਤੇ ਗੱਲਬਾਤ ਦੌਰਾਨ ਇਹ ਮੁੱਦਾ ਚੁੱਕਿਆ ਸੀ। ਸੰਕਟ ਦੀ ਇਸ ਘੜੀ ਵਿੱਚ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਨੇ ਜੰਗ ਪ੍ਰਭਾਵਿਤ ਮੁਲਕ ਯੂਕਰੇਨ ਵਿੱਚ ਫਸੇ ਪੰਜਾਬ ਦੇ ਲੋਕਾਂ ਦੇ ਮਦਦ ਦੇ ਲਈ 24 ਘੰਟੇ ਹਫ਼ਤੇ ਦੇ 7 ਦਿਨ ਕੰਟਰੋਲ ਰੂਮ ਸਥਾਪਿਤ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਯੂਕਰੇਨ ਵਿੱਚ ਫਸੇ ਵਿਅਕਤੀ ਜਾਂ ਉਹਨਾਂ ਦੇ ਪੰਜਾਬ ਵਿੱਚ ਰਹਿੰਦੇ ਰਿਸ਼ਤੇਦਾਰ ਹੈਲਪਲਾਈਨ ਨੰਬਰ 1100 ਅਤੇ ਭਾਰਤ ਤੋਂ ਬਾਹਰ ਰਹਿੰਦੇ ਵਿਅਕਤੀ 9172411905 ਤੇ ਸੰਪਰਕ ਕਰਕੇ ਲੋੜੀਂਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਨੇ। ਬੁਲਾਰੇ ਨੇ ਅੱਗੇ ਕਿਹਾ ਕਿ ਯੂਕਰੇਨ ਵਿੱਚ ਫਸੇ ਵਿਅਕਤੀਆਂ ਦੀ ਸੁਰੱਖਿਅਤ ਵਾਪਸੀ ਲਈ ਇਹਨਾਂ ਹੈਲਪਲਾਈਨ ਨੰਬਰਾਂ ਤੇ ਪੁੱਛੇ ਜਾਂਦੇ ਸਵਾਲਾਂ ਨੂੰ ਤੁਰੰਤ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੂੰ ਭੇਜਿਆ ਜਾਵੇਗਾ। ਯੂਕਰੇਨ ਤੇ ਸੰਕਟ ਦੇ ਕਾਲੇ ਬੱਦਲ ਮੰਡਰਾ ਰਹੇ ਨੇ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਫੌਜ ਲਗਾਤਾਰ ਹਮਲਿਆਂ ਨਾਲ ਤੇਜ਼ੀ ਨਾਲ ਯੂਕਰੇਨ ਤੇ ਕਬਜ਼ੇ ਕਰ ਰਹੀ ਹੈ। ਯੂਕਰੇਨ ਦੀ ਇਸ ਸਥਿਤੀ ਨੂੰ ਦੇਖਦੇ ਹੋਏ ਅਮਰੀਕੀ ਵਿਦੇਸ਼ ਵਿਭਾਗ ਦੇ ਆਫਿਸ ਆਫ ਫੋਰਨ ਅਸੈਸਡ ਕੰਟਰੋਲ ਨੇ ਵੱਡਾ ਫੈਸਲਾ ਲਿਆ ਹੈ। ਖਜ਼ਾਨਾ ਵਿਭਾਗ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਵਿਦੇਸ਼ ਮੰਤਰੀ ਸਰਗੇਈ ਲਾਵਰੋਵ, ਰੱਖਿਆ ਮੰਤਰੀ ਸਰਗੇਈ ਸ਼ੋਇਗੂ ਅਤੇ ਚੀਫ ਆਫ ਜਨਰਲ ਸਟਾਫ ਵੈਲੇਰੀ ਨੂੰ ਯੂਕਰੇਨ ਤੇ ਰੂਸ ਦੇ ਹਮਲੇ ਲਈ ਪਾਬੰਦੀਸ਼ੁਦਾ ਕਰਾਰ ਦਿੱਤਾ ਜਾਂਦਾ ਹੈ। ਅਮਰੀਕੀ ਖਜ਼ਾਨਾ ਵਿਭਾਗ ਨੇ ਇਹ ਪਾਬੰਦੀ ਰੂਸ ਦੇ ਯੂਕਰੇਨ ਤੇ ਗੈਰ ਤਰਕਹੀਣ ਬਿਨਾਂ ਕਾਰਨ ਤੇ ਪਹਿਲਾਂ ਤੋਂ ਵਿਚੋਲਗੀ ਹਮਲੇ ਦੇ ਜਵਾਬ ਵਿੱਚ ਲਗਾਈ ਹੈ। ਖਜ਼ਾਨਾ ਸਕੱਤਰ ਜੈਨੇਟ ਯੇਲਨ ਨੇ ਇੱਕ ਬਿਆਨ ਵਿੱਚ ਕਿਹਾ, ਯੂਕਰੇਨ ਦੇ ਲੋਕਾਂ ਤੇ ਬੇਰਹਿਮੀ ਤੇ ਬਿਨਾਂ ਕਾਰਨ ਹਮਲੇ ਲਈ ਰੂਸ ਦੇ ਰਾਸ਼ਟਰਪਤੀ ਪੁਤਿਨ ਤੇ ਖਰਚ ਕਰਨਾ ਜਾਰੀ ਹੈ। ਜਿਵੇਂ ਕਿ ਰਾਸ਼ਟਰਪਤੀ ਬਾਈਡਨ ਨੇ ਕੱਲ ਕਿਹਾ ਸੀ ਕਿ ਪੁਤਿਨ ਨੇ ਬੇਲੋੜੇ ਸੰਘਰਸ਼ ਤੋਂ ਬਚਣ ਅਤੇ ਮਨੁੱਖੀ ਦੁੱਖਾਂ ਨੂੰ ਟਾਲਣ ਲਈ ਗੱਲਬਾਤ ਰਾਹੀਂ ਸਾਡੀਆਂ ਆਪਸੀ ਸੁਰੱਖਿਆ ਚਿੰਤਾਵਾਂ ਨੂੰ ਹੱਲ ਕਰਨ ਲਈ ਸੰਯੁਕਤ ਰਾਜ ਅਮਰੀਕਾ ਅਤੇ ਸਾਡੇ ਸਹਿਯੋਗੀਆਂ ਅਤੇ ਭਾਈਵਾਲਾਂ ਵੱਲੋਂ ਹਰ ਚੰਗੇ ਵਿਸ਼ਵਾਸ ਦੀ ਕੋਸ਼ਿਸ਼ ਨੂੰ ਖਾਰਿਜ ਕਰ ਦਿੱਤਾ। ਸਕੱਤਰ ਜੈਨੇਟ ਯੇਲਨ ਨੇ ਬਿਆਨ ਵਿੱਚ ਕਿਹਾ, ਅਸੀਂ ਇਹ ਯਕੀਨੀ ਬਣਾਉਣ ਲਈ ਆਪਣੇ ਅੰਤਰਰਾਸ਼ਟਰੀ ਸਹਿਯੋਗੀਆਂ ਤੇ ਭਾਈਵਾਲਾਂ ਨਾਲ ਇਕਜੁੱਟ ਹਾਂ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਰੂਸ ਯੂਕਰੇਨ ਉੱਤੇ ਆਪਣੇ ਹੋਰ ਹਮਲਿਆਂ ਲਈ ਇੱਕ ਗੰਭੀਰ ਆਰਥਿਕ ਤੇ ਕੂਟਨੀਤਿਕ ਕੀਮਤ ਅਦਾ ਕਰੇ। ਜੇਕਰ ਲੋੜ ਪਈ ਤਾਂ ਅਸੀਂ ਆਲਮੀ ਪੱਧਰ ਤੇ ਰੂਸ ਦੇ ਭਿਆਨਕ ਵਿਵਹਾਰ ਲਈ ਹੋਰ ਖਰਚਾ ਚੁੱਕਣ ਲਈ ਤਿਆਰ ਹਾਂ। ਯੂਕਰੇਨ ਰੂਸ ਨਾਲ ਗੱਲਬਾਤ ਲਈ ਤਿਆਰ ਹੋ ਗਿਆ ਹੈ, ਪਰ ਰਾਸ਼ਟਰਪਤੀ ਜ਼ੇਲੈਂਸਕੀ ਨੂੰ ਇੱਕ ਬੰਕਰ ਵਿੱਚ ਲਿਜਾਇਆ ਗਿਆ। ਰੂਸ ਦੀ ਫੌਜ ਤੇ ਰਾਜਧਾਨੀ ਕੀਵ ਦੇ ਨੇੜੇ ਪਹੁੰਚਦਿਆਂ ਹੀ ਯੂਕਰੇਨ ਦੀ ਸੁਰੱਖਿਆ ਕੌਂਸਲ ਨੇ ਉਕਤ ਫੈਸਲਾ ਕੀਤਾ। ਸਮਝਿਆ ਜਾਂਦਾ ਹੈ ਕਿ ਜ਼ੇਲੈਂਸਕੀ ਨੂੰ ਡਰ ਹੈ ਕਿ ਰੂਸੀ ਫੌਜ ਉਹਨਾਂ ਨੂੰ ਗ੍ਰਿਫਤਾਰ ਕਰ ਸਕਦੀ ਹੈ, ਇਸ ਲਈ ਉਹ ਅੰਡਰਗਰਾਉਂਡ ਹੋ ਗਏ ਨੇ। ਰਾਸ਼ਟਰਪਤੀ ਨੇ ਕਿਹਾ ਕਿ ਯੂਰਪ ਕੋਲ ਇਸ ਹਮਲੇ ਨੂੰ ਰੋਕਣ ਲਈ ਢੁਕਵੀਂ ਤਾਕਤ ਹੈ। ਉਧਰ ਰੂਸ ਮੁਤਾਬਕ ਉਸਨੇ ਕੀਵ ਦੇ ਫੌਜੀ ਏਅਰਬੇਸ ਅਤੇ ਚੇਰਨੋਬਿਲ ਨਿਊਕਲੀਅਰ ਪਲਾਂਟ ਨੂੰ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ। ਰਾਜਧਾਨੀ ਵਿੱਚ ਸਰਕਾਰੀ ਕੁਆਟਰਾਂ ਨੇੜੇ ਗੋਲਾਬਾਰੀ ਅਤੇ ਧਮਾਕਿਆਂ ਦੀਆਂ ਆਵਾਜ਼ਾਂ ਸ਼ੁੱਕਰਵਾਰ ਰਾਤ ਤੱਕ ਆ ਰਹੀਆਂ ਸਨ।
रूस की इस कार्रवाई कारण यूरोप विच वड्डी पद्धर ते जंग छिड़न के खदशे पैदा होए हन। नाल ही जंग नूं रोकण लई समੁੱਚੀ दुनिया विच यतन भी शुरू हो गए ने। कीव के पूर्वी ते पश्चिमी कंढिਆਂ ਨੂੰ ਵੰਡਦੇ ਹੋਏ ਨੀਪਰ ਦਰਿਆ ਦੇ ਪਾਰ ਇੱਕ ਪੁਲ ਨੂੰ ਭਿਆਨਕ ਅੱਗ ਲੱਗ ਗਈ। ਉੱਥੇ 200 ਦੇ ਲਗਭਗ यूक्रेनी फौजी मौजूद सन। उन्होंने अपनी बख्तरबंद मोटर गड्डियां दे पिछे ते बाद विच पुल हेठां शरण लई। यूक्रेन के अधिकारियों मुताबक यूक्रेन विच हुण तक 137 व्यक्ति मारे जा चुके ने। यूक्रेन के राष्ट्रपति ने शुक्रवार रात ਨੂੰ एक वीडियो जारी किया। इस जरिए उन्होंने सारियां अफवाहां का खंडन किया जिन्हां विच उन्होंने देश छड्ड के भज जाण दी गल कही गई है। उन्होंने कहा असीं कीव विच ही हाँ। वीडियो विच उन्होंने कहा कि कीव ते खास ध्यान है, असीं इस नूं छड्ड के नहीं जा सकते। अज रात रूस होर भी तेज़ हमला करन दी कोशिश करेगा। नाल ही संयुक्त राष्ट्र सुरक्षा परिषद विच रूस की सैनिक कार्रवाई की निंदा नूं लैके वोटिंग विच हिस्सा लैण वाले देशों का ट्वीट जरिए धन्नवाद किया ते फ्रांस ते पोलैंड नूं यूक्रेन का सच्चा मित्र दस्सिया। संकट की इस घड़ी विच राष्ट्रपति जेलेंस्की का तूफान सहयोगियों देशों उत्ते आ गया। उन्होंने कहा कि मित्र देश दूरों ही सब कुछ देख रहे हैं, वो अजिहियां पाबंदियां भी नहीं लगा रहे हैं जिन्हां दा रूस की फौजी कार्रवाई ते कोई असर पवे। उन्होंने कहा कि पूरी दुनिया यूक्रेन ते हो रहे हमलिਆਂ ਨੂੰ देख रही है ते कोई अजिहा नहीं कर रहा तो उसनूं रोकण लई करना चाहिदा। असीं इकल्ले यूक्रेन नूं बचाउण दी कोशिश कर रहे हां। जो स्थिति वीरवार नूं सी शुक्रवार नूं भी उही स्थिति है। साडी मदद लई कोई नहीं आ रहा। वीरवार नूं रूस ते लगाईਆਂ गईਆਂ पाबंदियां नाकाफी ने। इस कारण रूस विच हमला करन दी हिम्मत पैदा होई है ते हमले तो बाद हुण कुछ नहीं हो रहा। यूक्रेन पक्षी अमरीका, ब्रिटेन, कनेडा ते यूरोपीयन यूनीयन ने हमले लई रूस की निंदा की है ते पाबंदियां लगाईਆਂ ने, पर जेलेंस्की ने कहा इन्हां पाबंदियां नूं काफी नहीं मनदे। शनिवार नूं राजधानी कीव सणे यूक्रेन के सारे अहम शहरों में धमाके होए ने। रूसी सैनिक राजधानी कीव विच दाखिल हो गए ने ते यूक्रेनी सैनिकों नाल उन्हां दी आमो सामने की लड़ाई शुरू हो चुकी है। इस दरमियान यूक्रेन ने 300 रूसी पैराट्रूपर्स नाल भरे 2 प्लेन मार गिराउण दा दावा किया है। रूसी सैनिकों ने कीव के एयरपोर्ट से कब्जा कर लिया। इस तो पहला संयुक्त राष्ट्र सुरक्षा परिषद विच रूस खिलाफ निंदा प्रस्ताव पास किया गया। इस प्रस्ताव के पक्ष विच 11 ते विरोध विच 1 वोट पिया। चीन ते यूएई ने वोटिंग विच हिस्सा नहीं लिया। हालांकि रूस ने वीटो पावर का इस्तेमाल इस निंदा प्रस्ताव नूं खारिज कर दिता। रूस ते यूक्रेन विचाले जंग विचाले भारी नुकसान हो रहा है। हुण तक कई सैनिकों की मौत हो चुकी है। इस तबाही पिछों रूस मुड़ गलबात करने लई मन गया। यूक्रेन भी गलबात करने का चाहवान है। उन्होंने पुतिन भी गलबात करने लई अपना वफद भेजण जा रहे हैं। रूस वालों कहा गया है कि राष्ट्रपति व्लादिमीर पुतिन कीव नाल गलबात करने लई एक वफद मिंसक विच भेजण लई तैयार ने। विदेश मंत्रालय, रक्षा ते प्रशासन के अधिकारियों सने एक रूसी कूटनीतिक वफद नूं मिंसक भेजा जा सकता है। इस तो पहला रूस के विदेश मंत्री सरगरी लैवरॉव कहा सी कि जे कीव विच यूक्रेन के फौजी अपने हथियार सुट देण तां गलबात फिर की जा सकती है। संयुक्त राष्ट्र सुरक्षा परिषद ने शुक्रवार नूं स्थानक समय अनुसार यूक्रेन विच रूस की फौजी कार्रवाई ते असहमति वाले मते ते वोटिंग की। भारत अते चीन ने इस वोटिंग प्रक्रिया तो दूरी बना लई है। मता रूस के हमलेबाजी की निंदा करता है अते यूक्रेन तो रूसी फौजां की तुरंत अते बिना शर्त वापसी की मांग करता है। संयुक्त राष्ट्र सुरक्षा परिषद अमेरिका अते अल्बानिया वालों पेश किए गए प्रस्ताव विच रूसी हमले अते यूक्रेन की प्रभुसत्ता की उलंघना की निंदा शामिल है। इस तो इलावा मते च यूक्रेन की प्रभुसत्ता, सुतंत्रता, एकता ते खेतरी अखंडता लई वचनबद्धतावां जताईਆਂ गईਆਂ अते रूसी हमले नूं अंतरराष्ट्रीय शांति ते सुरक्षा की उलंघना दस्सिया गया। मते च पूर्वी यूक्रेन विच डोनेट्स्क ते लुहांसक नूं वक्री मानता देण दे फैसले नूं तुरंत वापस लैण दी मंग कीती गई। ड्राफ्ट रेजोल्यूशन च कहा गया है कि यूक्रेन च लोड़वंद लोकां नूं मनुखी मदद दी तीवर मुलाजमां ते बच्चिआं समेत कमजोर हालात विच व्यक्तियों की रक्षा लई सुरक्षा ते निर्बाध पहुंच की आग्ञा दी जाए। संयुक्त राष्ट्र सुरक्षा परिषद के 15 मैंबर देशों चों 11 ने यूक्रेन च रूस दीआं कार्रवाइयां की निंदा करन वाले मते ते वोटिंग की, जदों कि भारत, चीन अते यूएई इस तो दूर रहे। पर रूस की वीटो पावर ने इस प्रस्ताव का राह रोक दिता। तुहानूं दस दईए कि रूस सुरक्षा परिषद का स्थाई मैंबर है ते इस तरह उस कोल वीटो पावर है। इस हफ्ते च तीजी बार हुई सुरक्षा परिषद की बैठक विच यूक्रेन च रूसी फौजी कार्रवाई खिलाफ मता पेश किया गया, जिसते मैंबर देशों ने वोटिंग की, पर भारत ते चीन ने इस तो दूरी बना ली, जबकि रूस ने इसनूं वीटो कर दिता। रूसी हमले विचाले यूक्रेन के एक सैनिक की बहादुरी का हिला देने वाला कारनामा सामने आया। शुक्रवार नूं जदों यूक्रेन की सेना नूं यह जानकारी मिली कि रूसी सैनिक अपने टैंकां नाल
ਰਾਜਧਾਨੀ ਕੀਵ ਵੱਲ ਤੇਜ਼ੀ ਨਾਲ ਵੱਧ ਰਹੇ ਨੇ ਤਾਂ ਉਹਨਾਂ ਨੇ ਸ਼ਹਿਰ ਨੂੰ ਜੋੜਨ ਵਾਲੇ 3 ਪੁਲਾਂ ਨੂੰ ਧਮਾਕਾ ਕਰਕੇ ਉਡਾ ਦਿੱਤਾ। ਇੱਕ ਪੁਲ ਤਾਂ ਅਜਿਹਾ ਸੀ ਜਿਸ ਨੂੰ ਉਡਾਉਣ ਲਈ ਯੂਕਰੇਨ ਸੈਨਾ ਦੇ ਇੰਜੀਨੀਅਰ ਨੇ ਆਪਣੀ ਜਾਨ ਤੱਕ ਦੀ ਬਾਜੀ ਲਾ ਦਿੱਤੀ। ਯੂਕਰੇਨ ਦੀ ਆਰਮੀ ਨੇ ਆਪਣੇ ਇਸ ਜਵਾਨ ਨੂੰ ਹੀਰੋ ਦੱਸਦੇ ਹੋਏ ਸੋਸ਼ਲ ਮੀਡੀਆ ਤੇ ਉਸ ਦੀ ਸਟੋਰੀ ਸ਼ੇਅਰ ਕੀਤੀ ਹੈ। ਕ੍ਰੀਮੀਆ ਦੇ ਨੇੜੇ ਸਭ ਤੋਂ ਖਤਰਨਾਕ ਮੋਰਚੇ ਪੈਰੇਕਾਪ ਦਾ ਇੰਸਤੁਜ, ਜਿੱਥੇ ਦੁਸ਼ਮਣ ਨਾਲ ਸਭ ਤੋਂ ਪਹਿਲਾਂ ਮੁਲਾਕਾਤ ਹੁੰਦੀ ਹੈ। ਰੂਸ ਨਾਲ ਮੁਕਾਬਲੇ ਲਈ ਇੱਥੇ ਸਪੈਸ਼ਲ ਮਰੀਨ ਬਟਾਲੀਅਨ ਤੈਨਾਤ ਸੀ। ਇਸ ਬਟਾਲੀਅਨ ਦੇ ਇੰਜੀਨੀਅਰ ਵਿਟਾਲੀ ਸਾਕਾਕੁਨ ਨੇ ਕ੍ਰੀਮੀਆ ਦੇ ਕੋਲ ਇੱਕ ਪੁਲ ਤੇ ਰੂਸੀ ਸੈਨਾ ਖਿਲਾਫ ਮੋਰਚਾ ਸੰਭਾਲਿਆ ਹੋਇਆ ਸੀ। ਜਦੋਂ ਸਾਡੀ ਸੈਨਾ ਨੂੰ ਇਸ ਗੱਲ ਦੀ ਖਬਰ ਮਿਲੀ ਤਾਂ ਰੂਸੀ ਟੈਂਕ ਤੇਜ਼ੀ ਨਾਲ ਰਾਜਧਾਨੀ ਕੀਵ ਵੱਲ ਵੱਧ ਰਹੇ ਨੇ ਤਾਂ ਅਸੀਂ ਹੈਂਸੀਚੇਕਸ ਪੁਲ ਨੂੰ ਉਡਾਉਣ ਦਾ ਫੈਸਲਾ ਲਿਆ। ਪੁਲ ਨੂੰ ਉਡਾਉਣ ਦੀ ਜ਼ਿੰਮੇਵਾਰੀ ਵਿਟਾਲੀ ਨੂੰ ਦਿੱਤੀ ਗਈ। ਉਸਨੇ ਪੁਲ ਵਿੱਚ ਵਿਸਫੋਟਕ ਲਾਉਣਾ ਸ਼ੁਰੂ ਕਰ ਦਿੱਤਾ। ਵਿਟਾਲੀ ਨੂੰ ਜਦੋਂ ਇਸ ਗੱਲ ਦਾ ਅਹਿਸਾਸ ਹੋਇਆ ਕਿ ਉਹ ਧਮਾਕੇ ਤੋਂ ਪਹਿਲਾਂ ਸਮੇਂ ਤੇ ਬਾਹਰ ਨਹੀਂ ਨਿਕਲ ਸਕਣਗੇ ਤਾਂ ਉਸਨੇ ਮਿਸ਼ਨ ਨੂੰ ਆਖਰੀ ਸਾਹ ਤੱਕ ਅੰਜਾਮ ਦੇਣ ਦਾ ਫੈਸਲਾ ਕੀਤਾ। ਵਿਟਾਲੀ ਆਪਣੇ ਦੇਸ਼ ਦੇ ਲਈ ਦਿੱਤੇ ਗਏ ਮਿਸ਼ਨ ਵਿੱਚ ਸਫਲ ਰਿਹਾ, ਪਰ ਉਸਨੂੰ ਆਪਣੀ ਕੁਰਬਾਨੀ ਦੇਣੀ ਪਈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨੀ ਫੌਜ ਨੂੰ ਤਖਤਾ ਪਲਟਣ ਦਾ ਸੱਦਾ ਦਿੱਤਾ ਹੈ। ਪੁਤਿਨ ਨੇ ਕਿਹਾ ਕਿ ਸੱਤਾ ਫੌਜ ਹੱਥ ਨਾਲ ਰੂਸ ਤੇ ਯੂਕਰੇਨ ਬਿਹਤਰ ਤਰੀਕੇ ਨਾਲ ਗੱਲਬਾਤ ਕਰ ਸਕਣਗੇ। ਪੁਤਿਨ ਨੇ ਯੂਕਰੇਨੀ ਹਮਰੁਤਬਾ ਵਲੋਦੋਮੀਰ ਜ਼ੈਲੈਂਸਕੀ ਦੀ ਗੱਲਬਾਤ ਦੀ ਪੇਸ਼ਕਸ਼ ਮਗਰੋਂ ਯੂਕਰੇਨ ਅੱਗੇ 2 ਸ਼ਰਤਾਂ ਰੱਖੀਆਂ ਨੇ। ਪਹਿਲੀ ਸ਼ਰਤ ਕ੍ਰੀਮੀਆ ਨੂੰ ਰੂਸ ਦਾ ਹਿੱਸਾ ਮੰਨਿਆ ਜਾਵੇ ਤੇ ਯੂਕਰੇਨ ਨਾਟੋ ਫੌਜਾਂ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰੇ। ਉਧਰ ਰੂਸੀ ਫੌਜ ਅੱਜ ਰਾਜਧਾਨੀ ਕੀਵ ਵਿੱਚ ਦਾਖਲ ਹੋ ਗਈ ਹੈ। ਫੌਜ ਨੇ ਕੀਵ ਦੇ ਬਹਾਰਵਾਰ ਰਣਨੀਤਿਕ ਪੱਖੋਂ ਅਹਿਮ ਕਾਰਵਾਈ ਅੱਡੇ ਨੂੰ ਵੀ ਕਬਜ਼ੇ ਵਿੱਚ ਲੈ ਲਿਆ। ਜਰਮਨੀ ਵਿੱਚ ਪਨਾਹ ਲੈਣ ਦੀਆਂ ਅਪੁਸ਼ਟ ਖਬਰਾਂ ਦਰਮਿਆਨ ਯੂਕਰੇਨੀ ਸਦਰ ਜ਼ੈਲੈਂਸਕੀ ਨੇ ਸੰਕਲਪ ਲਿਆ ਕਿ ਉਹ ਦੇਸ਼ ਵਿੱਚ ਹੀ ਰਹਿਣਗੇ। ਯੂਕਰੇਨ ਨੇ ਕੀਵ ਦੀਆਂ ਸੜਕਾਂ ਤੇ ਰੂਸੀ ਫੌਜਾਂ ਦੇ ਮੁਕਾਬਲੇ ਲਈ ਪੂਰੀ ਵਾਹ ਲਾਈ। ਰੂਸ ਦੀ ਸੁਰੱਖਿਆ ਕੌਂਸਲ ਨਾਲ ਮੀਟਿੰਗ ਕੀਤੀ, ਜਿਸ ਨੂੰ ਟੈਲੀਵਿਜ਼ਨ ਤੇ ਪ੍ਰਸਾਰਿਤ ਕੀਤਾ ਗਿਆ। ਵਿੱਚ ਪੁਤਿਨ ਨੇ ਕਿਹਾ, ਮੈਂ ਯੂਕਰੇਨ ਦੇ ਹਥਿਆਰਬੰਦ ਬਲਾਂ ਦੇ ਫੌਜੀ ਜਵਾਨਾਂ ਨੂੰ ਇੱਕ ਵਾਰ ਫਿਰ ਅਪੀਲ ਕਰਦਾ ਹਾਂ ਕਿ ਉਹ ਨਾਜ਼ੀ ਪੱਖੀ ਤੇ ਯੂਕਰੇਨ ਦੇ ਕੱਟੜਵਾਦੀ ਨਾਗਰਿਕਾਂ ਨੂੰ ਆਪਣੇ ਬੱਚਿਆਂ, ਪਤਨੀਆਂ ਤੇ ਬਜ਼ੁਰਗਾਂ ਨੂੰ ਮਨੁੱਖੀ ਢਾਲ ਵਜੋਂ ਨਾ ਵਰਤਣ। ਸੱਤਾ ਆਪਣੇ ਹੱਥਾਂ ਵਿੱਚ ਲੈ ਲਓ ਤਾਂ ਕਿ ਸਾਡੇ ਕਿਸੇ ਵੀ ਸਮਝੌਤੇ ਤੇ ਪੁੱਜਣਾ ਆਸਾਨ ਹੋ ਜਾਵੇ। ਪੁਤਿਨ ਨੇ ਕਿਹਾ ਕਿ ਯੂਕਰੇਨ ਵਿੱਚ ਰੂਸੀ ਫੌਜ ਪੂਰੀ ਬਹਾਦਰੀ, ਪੇਸ਼ੇਵਰਾਨਾ ਤੇ ਨਾਇਕਾਂ ਵਾਂਗ ਆਪਣਾ ਫਰਜ਼ ਨਿਭਾ ਰਹੇ ਨੇ। ਉਧਰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਸ਼ੁੱਕਰਵਾਰ ਨੂੰ ਆਪਣੇ ਪੱਛਮੀ ਭਾਈਵਾਲਾਂ ਕੈਨੇਡਾ, ਸੰਯੁਕਤ ਰਾਜ, ਯੂਰੋਪੀਅਨ ਯੂਨੀਅਨ ਦੀ ਉਦਾਹਰਣ ਦੀ ਪਾਲਣਾ ਕਰਦਿਆਂ ਯੂਕਰੇਨ ਵਿੱਚ ਰੂਸੀ ਫੌਜੀ ਕਾਰਵਾਈ ਦੇ ਮੱਦੇਨਜ਼ਰ ਰੂਸ ਵਿਰੁੱਧ ਪਾਬੰਦੀਆਂ ਦਾ ਹੋਰ ਵਿਸਥਾਰ ਕੀਤਾ। ਸਕਾਟ ਮੌਰਿਸਨ ਨੇ ਇੱਕ ਪੱਤਰਕਾਰ ਸੰਮੇਲਨ ਵਿੱਚ ਕਿਹਾ ਕਿ ਆਸਟ੍ਰੇਲੀਆ ਕੁਲੀਨ ਵਰਗਾਂ ਤੇ ਹੋਰ ਪਾਬੰਦੀਆਂ ਲਗਾਏਗਾ, ਜਿਨ੍ਹਾਂ ਦਾ ਆਰਥਿਕ ਭਾਰ ਮਾਸਕੋ ਲਈ ਰਣਨੀਤਿਕ ਮਹੱਤਵ ਰੱਖਦਾ ਹੈ। ਇਸ ਦੇ ਨਾਲ ਹੀ ਰੂਸੀ ਡੂਮਾ ਦੇ 300 ਤੋਂ ਵੱਧ ਮੈਂਬਰਾਂ, ਉਹਨਾਂ ਦੀ ਸੰਸਦ, ਜਿਨ੍ਹਾਂ ਨੇ ਯੂਕਰੇਨ ਵਿੱਚ ਗੈਰ ਕਾਨੂੰਨੀ ਤੌਰ ਤੇ ਹਮਲਾ ਕਰਨ ਲਈ ਯੂਕਰੇਨ ਵਿੱਚ ਰੂਸੀ ਸੈਨਿਕਾਂ ਦੀ ਵਰਤੋਂ ਨੂੰ ਅਧਿਕਾਰਤ ਕਰਨ ਲਈ ਵੋਟ ਦਿੱਤੀ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਆਸਟ੍ਰੇਲੀਆ ਬੇਲਾਰੂਸੀ ਵਿਅਕਤੀਆਂ ਅਤੇ ਸੰਸਥਾਵਾਂ ਵਿਰੁੱਧ ਪਾਬੰਦੀਆਂ ਦਾ ਤਾਲਮੇਲ ਕਰਨ ਅਮਰੀਕਾ ਨਾਲ ਵੀ ਕੰਮ ਕਰ ਰਿਹਾ, ਜਿਨ੍ਹਾਂ ਦੀ ਕਥਿਤ ਤੌਰ ਤੇ ਕਾਰਵਾਈ ਵਿੱਚ ਭੂਮਿਕਾ ਸੀ। ਉਹਨਾਂ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਰੂਸ ਵਿਰੁੱਧ ਆਸਟ੍ਰੇਲੀਆ ਦੁਆਰਾ ਲਗਾਈਆਂ ਗਈਆਂ ਪਿਛਲੀਆਂ ਪਾਬੰਦੀਆਂ ਨੂੰ ਯਾਦ ਕੀਤਾ, ਜੋ ਰੂਸੀ ਰੱਖਿਆ ਅਧਿਕਾਰੀਆਂ, ਫੌਜ ਕਮਾਂਡਰਾਂ, ਰੂਸੀ ਸੁਰੱਖਿਆ ਪਰਿਸ਼ਦ ਦੇ ਮੈਂਬਰਾਂ, ਬੈਂਕਾਂ, ਫੌਜੀ ਉਤਪਾਦਨ ਵਿੱਚ ਸ਼ਾਮਲ ਸੰਸਥਾਵਾਂ, ਹੋਰ ਵਿਸ਼ਿਆਂ ਨਾਲ ਸੰਬੰਧਿਤ ਨੇ। ਮੌਰਿਸਨ ਨੇ ਕਿਹਾ ਕਿ ਮੈਂ ਇਹ ਵੀ ਪੁਸ਼ਟੀ ਕਰਨਾ ਚਾਹੁੰਦਾ ਹਾਂ ਕਿ ਅਸੀਂ ਯਕੀਨੀ ਬਣਾਉਣ ਲਈ ਨਾਟੋ ਨਾਲ ਕੰਮ ਕਰ ਰਹੇ ਹਾਂ ਕਿ ਅਸੀਂ ਯੂਕਰੇਨ ਦੇ ਲੋਕਾਂ ਦੀ ਸਹਾਇਤਾ ਲਈ ਗੈਰ ਘਾਤਕ ਫੌਜੀ ਉਪਕਰਣ ਅਤੇ ਡਾਕਟਰੀ ਸਪਲਾਈ ਪ੍ਰਦਾਨ ਕਰ ਸਕੀਏ। ਪੱਛਮੀ ਦੇਸ਼ਾਂ ਨੇ ਰੂਸ ਤੇ ਪਾਬੰਦੀਆਂ ਦੇ ਦਬਾਅ ਨੂੰ ਵਧਾ ਦਿੱਤਾ ਹੈ ਜਦੋਂ ਤੋਂ ਇਸਨੇ ਯੂਕਰੇਨ ਵਿੱਚ ਇੱਕ ਫੌਜੀ ਕਾਰਵਾਈ ਸ਼ੁਰੂ ਕੀਤੀ ਹੈ, ਜੋ ਕਿ ਵੱਖਰੇ ਹੋਏ ਡੋਨਬਾਸ ਗਣਰਾਜਾਂ ਦੀਆਂ ਮਦਦ ਦੀਆਂ ਬੇਨਤੀਆਂ ਤੋਂ ਬਾਅਦ ਹੈ, ਜਿਨ੍ਹਾਂ ਨੇ ਹਾਲ ਹੀ ਦੇ ਹਫ਼ਤਿਆਂ ਵਿੱਚ ਕੀਵ ਤੇ ਤੇਜ਼ ਗੋਲਾਬਾਰੀ ਦਾ ਦੋਸ਼ ਲਗਾਇਆ। ਯੂਕਰੇਨ ਦੇ ਹਮਲੇ ਤੋਂ ਬਾਅਦ ਰੂਸ ਨੇ ਫੇਸਬੁੱਕ ਤੇ ਅਸ਼ੰਕਿਤ ਤੌਰ ਤੇ ਪਾਬੰਦੀ ਲਗਾ ਦਿੱਤੀ ਹੈ। ਰੂਸ ਨੇ ਇਹ ਕਦਮ ਫੇਸਬੁੱਕ ਵੱਲੋਂ ਕਈ ਕ੍ਰੈਮਲਿਨ ਸਮਰਥਿਤ ਮੀਡੀਆ ਦੇ ਖਾਤਿਆਂ ਤੇ ਪਾਬੰਦੀ ਲਗਾਉਣ ਤੋਂ ਬਾਅਦ ਚੁੱਕਿਆ। ਰੂਸੀ ਰਾਜ ਸੰਚਾਰ ਵਾਚਡੌਗ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸਨੇ ਫੇਸਬੁੱਕ ਨੂੰ ਨਿਊਜ਼ ਏਜੰਸੀ RIA ਨੋਵੋਸਤੀ, ਸਰਕਾਰੀ ਟੀਵੀ ਚੈਨਲ ਜ਼ਵੇਜ਼ਦਾ ਤੇ ਕ੍ਰੈਮਲਿਨ ਪੱਖੀ ਨਿਊਜ਼ ਸਾਈਟਾਂ ਲੈਨੇਤਾ ਰੂ ਤੇ ਗਜ਼ੇਤਾ ਰੂ ਤੇ ਲਗਾਈਆਂ ਪਾਬੰਦੀਆਂ ਹਟਾਉਣ ਲਈ ਕਿਹਾ ਹੈ। ਏਜੰਸੀ ਨੇ ਕਿਹਾ ਕਿ ਫੇਸਬੁੱਕ ਨੇ ਮੀਡੀਆ ਆਊਟਲੈਟਾਂ ਨੂੰ ਬਹਾਲ ਨਹੀਂ ਕੀਤਾ। ਉਹਨਾਂ ਨੇ ਕਿਹਾ ਕਿ ਅਸ਼ੰਕ ਪਾਬੰਦੀ ਸ਼ੁੱਕਰਵਾਰ ਤੋਂ ਲਾਗੂ ਹੋਏਗੀ, ਪਰ ਇਹ ਸਪਸ਼ਟ ਨਹੀਂ ਸੀ ਕਿ ਇਸ ਕਦਮ ਦਾ ਅਸਲ ਵਿੱਚ ਕੀ ਅਰਥ ਹੈ। ਆਪਣੇ ਅਧਿਕਾਰਤ ਬਿਆਨ ਵਿੱਚ ਉਹਨਾਂ ਨੇ ਕਿਹਾ, ਆਪਣੀ ਕਾਰਵਾਈ ਨੂੰ ਰੂਸੀ ਮੀਡੀਆ ਦੀ ਸੁਰੱਖਿਆ ਦੇ ਉਪਾਅ ਵਜੋਂ ਐਲਾਨ ਕੀਤਾ ਗਿਆ। ਇਸ ਵਿੱਚ ਕਿਹਾ ਗਿਆ ਹੈ ਕਿ ਰੂਸ ਦੇ ਵਿਦੇਸ਼ ਮੰਤਰਾਲੇ ਤੋਂ ਪ੍ਰੋਸੀਕਿਊਟਰ ਜਨਰਲ ਦੇ ਦਫ਼ਤਰ ਨੇ ਪਾਇਆ ਕਿ ਫੇਸਬੁੱਕ ਬੁਨਿਆਦੀ ਮਨੁੱਖੀ ਅਧਿਕਾਰਾਂ ਤੇ ਆਜ਼ਾਦੀ ਦੇ ਨਾਲ-ਨਾਲ ਰੂਸੀ ਨਾਗਰਿਕਾਂ ਦੇ ਅਧਿਕਾਰਾਂ ਤੇ ਆਜ਼ਾਦੀ ਦੀ ਉਲੰਘਣਾ 'ਚ ਸ਼ਾਮਲ ਹੈ। ਯੂਕਰੇਨ ਤੇ ਰੂਸ ਦਾ ਹਮਲਾ ਜਾਰੀ ਹੈ। ਸ਼ੁੱਕਰਵਾਰ ਨੂੰ ਯੂਕਰੇਨ ਦੀਆਂ ਸੜਕਾਂ ਤੇ ਰੂਸੀ ਟੈਂਕ ਦੇਖੇ ਗਏ। ਤੇਜ਼ ਰਫ਼ਤਾਰ ਵਾਲੇ ਟੈਂਕ ਉਹਨਾਂ ਦੇ ਸਾਹਮਣੇ ਸਭ ਕੁਝ ਕੁਚਲਣ ਦੇ ਇਰਾਦੇ 'ਚ ਸਨ।
ਸੋਸ਼ਲ ਮੀਡੀਆ ਤੇ ਕਈ ਵੀਡੀਓਜ਼ ਸਾਹਮਣੇ ਆਈਆਂ। ਇਸ ਵਿੱਚ ਰੂਸੀ ਟੈਂਕ ਸੜਕ ਤੇ ਕਾਰਾਂ ਨੂੰ ਟੱਕਰ ਮਾਰ ਰਹੇ ਹਨ। ਇਸੇ ਤਰ੍ਹਾਂ ਦੀ ਘਟਨਾ ਦਾ ਇੱਕ ਵੀਡੀਓ ਟਵਿੱਟਰ ਤੇ ਪੋਸਟ ਕੀਤਾ ਗਿਆ। ਇਸ ਵੀਡੀਓ ਵਿੱਚ ਦੇਖਿਆ ਜਾ ਰਿਹਾ ਕਿ 6-7 ਨੌਜਵਾਨ ਪੂਰੀ ਤਰ੍ਹਾਂ ਚਕਨਾਚੂਰ ਹੋਈ ਕਾਰ ਦਾ ਗੇਟ ਖੋਲਣ ਦੀ ਕੋਸ਼ਿਸ਼ ਕਰ ਰਹੇ ਨੇ। ਦੱਸਿਆ ਜਾ ਰਿਹਾ ਕਿ ਕਾਰ ਨੂੰ ਰੂਸੀ ਟੈਂਕ ਨੇ ਕੁਚਲ ਦਿੱਤਾ ਸੀ। ਖੁਸ਼ਕਿਸਮਤੀ ਨਾਲ ਕਾਰ ਵਿੱਚ ਸਵਾਰ ਬਜ਼ੁਰਗ ਵਿਅਕਤੀ ਦੀ ਜਾਨ ਬਚ ਗਈ। ਉਹ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ। ਉਹ ਕਾਰ ਵਿੱਚ ਫਸ ਗਿਆ ਸੀ ਪਰ ਹੋਸ਼ ਵਿੱਚ ਸੀ। ਨੇੜੇ ਮੌਜੂਦ ਨੌਜਵਾਨ ਕਾਰ ਦਾ ਗੇਟ ਖੋਲ੍ਹ ਕੇ ਬਜ਼ੁਰਗ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦੇ ਦੇਖੇ ਗਏ। ਉਹਨਾਂ ਨੇ ਲੋਹੇ ਦੀ ਰਾੜ ਨਾਲ ਗੇਟ ਨੂੰ ਤੋੜਨ ਦੀ ਕੋਸ਼ਿਸ਼ ਵੀ ਕੀਤੀ। ਇਹ ਵੀਡੀਓ ਟਵਿੱਟਰ ਤੇ ਤੇਜ਼ੀ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਯੂਕਰੇਨ ਅਤੇ ਰੂਸ ਵਿਚਕਾਰ ਵੱਧਦੇ ਤਣਾਅ ਦੇ ਵਿਚਕਾਰ ਸੋਸ਼ਲ ਮੀਡੀਆ ਯੂਕਰੇਨ ਦੇ ਨਾਗਰਿਕਾਂ ਦੀਆਂ ਦਿਲ ਨੂੰ ਛੂਹਣ ਵਾਲੀਆਂ ਫੋਟੋਆਂ ਨਾਲ ਗੂੰਜ ਰਿਹਾ। ਯੂਕਰੇਨ ਦੇ ਇੱਕ ਸਾਬੇ ਸਟੇਸ਼ਨ ਤੇ ਅਲਵਿਦਾ ਕਹਿਣ ਵਾਲੇ ਜੋੜੇ ਦੀ ਵਾਇਰਲ ਫੋਟੋ ਤੋਂ ਲੈ ਕੇ ਇੱਕ ਪਿਤਾ ਅਤੇ ਧੀ ਦੇ ਰੋਣ ਅਤੇ ਇੱਕ ਦੂਜੇ ਨੂੰ ਗਲੇ ਲਗਾਉਂਦੇ ਹੋਏ ਵਿਜ਼ੂਅਲ ਨੇ ਨੈਟੀਜ਼ਨਾਂ ਨੂੰ ਹੈਰਾਨ ਕਰ ਦਿੱਤਾ। ਇਸ ਦੌਰਾਨ ਯੂਕਰੇਨ ਦੀ ਫੌਜ ਵਿੱਚ ਭਰਤੀ ਹੋਣ ਲਈ ਲਾਈਨ ਵਿੱਚ ਖੜੇ ਇੱਕ ਬਜ਼ੁਰਗ ਵਿਅਕਤੀ ਦੀ ਤਸਵੀਰ ਵਾਇਰਲ ਹੋ ਰਹੀ ਹੈ। ਕੈਟੇਰੀਨਾ ਦੁਆਰਾ ਟਵਿੱਟਰ ਤੇ ਸ਼ੇਅਰ ਕੀਤੀ ਗਈ ਤਸਵੀਰ ਵਿੱਚ ਇੱਕ ਵਿਅਕਤੀ ਬੈਗ ਲੈ ਕੇ ਖੜਾ ਦਿਖਾਈ ਦੇ ਰਿਹਾ ਜੋ ਫੌਜ ਵਿੱਚ ਭਰਤੀ ਹੋਣ ਲਈ ਤਿਆਰ ਹੈ। ਉਸ ਦੇ ਬੈਗ ਵਿਚਲੀ ਸਮੱਗਰੀ ਜ਼ਰੂਰ ਤੁਹਾਨੂੰ ਹੰਝੂਆਂ ਨਾਲ ਭਰ ਦੇਗੀ। ਕਿਸੇ ਨੇ ਇਸ 80 ਸਾਲਾ ਬਜ਼ੁਰਗ ਦੀ ਇੱਕ ਫੋਟੋ ਪੋਸਟ ਕੀਤੀ ਜੋ ਫੌਜ ਵਿੱਚ ਸ਼ਾਮਲ ਹੋਣ ਲਈ ਦਿਖਾਈ ਦਿੰਦਾ। ਉਸਨੇ ਆਪਣੇ ਨਾਲ 2 ਟੀ-ਸ਼ਰਟਾਂ, ਇੱਕ ਵਾਧੂ ਪੈਂਟ, ਇੱਕ ਟੁੱਥਬ੍ਰਸ਼ ਅਤੇ ਦੁਪਹਿਰ ਦੇ ਖਾਣੇ ਲਈ ਕੁਝ ਸੈਂਡਵਿਚਾਂ ਵਾਲਾ ਛੋਟਾ ਕੇਸ ਲਿਆ। ਉਸਨੇ ਕਿਹਾ ਕਿ ਉਹ ਆਪਣੇ ਪੋਤੇ-ਪੋਤੀਆਂ ਲਈ ਕਰ ਰਿਹਾ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਸ਼ੁੱਕਰਵਾਰ ਨੂੰ ਕੇਟਾਂਜੀ ਬਰਾਊਨ ਜੈਕਸਨ ਨੂੰ ਸੁਪਰੀਮ ਕੋਰਟ ਦੀ ਜੱਜ ਵਜੋਂ ਨਾਮਜ਼ਦ ਕਰਨਗੇ। ਇਸ ਮਾਮਲੇ ਨਾਲ ਜੁੜੇ ਇੱਕ ਵਿਅਕਤੀ ਨੇ ਇਹ ਜਾਣਕਾਰੀ ਦਿੱਤੀ ਹੈ। ਜੈਕਸਨ ਸੁਪਰੀਮ ਕੋਰਟ ਦੀ ਪਹਿਲੀ ਗੈਰ ਗੋਰੀ ਮਹਿਲਾ ਜੱਜ ਹੋਏਗੀ। ਬਾਈਡਨ ਨੇ ਰਾਸ਼ਟਰਪਤੀ ਚੋਣ ਪ੍ਰਚਾਰ ਦੌਰਾਨ ਵਾਅਦਾ ਕੀਤਾ ਸੀ ਕਿ ਉਹ ਚੋਟੀ ਦੀ ਅਦਾਲਤ ਵਿੱਚ ਇਤਿਹਾਸਕ ਨਿਯੁਕਤੀ ਕਰਕੇ ਉਸ ਨੂੰ ਹੋਰ ਜ਼ਿਆਦਾ ਵਿਭਿੰਨਤਾ ਦੇਣਗੇ। ਜੈਕਸਨ ਫਿਲਹਾਲ ਫੈਡਰਲ ਕੋਰਟ ਆਫ ਅਪੀਲਸ ਵਿੱਚ ਜੱਜ ਹਨ। ਉਹ ਇਸ ਅਦਾਲਤ ਵਿੱਚ ਜਸਟਿਸ ਕਲੈਰੈਂਸ ਥਾਮਸ ਤੋਂ ਬਾਅਦ ਦੂਜੀ ਗੈਰ ਗੋਰੀ ਜੱਜ ਹੈ। ਯੂਨੀਵਰਸਿਟੀ ਆਫ ਟੈਕਸਾਸ ਐਲ ਪਾਸੋ ਦੀ 19 ਸਾਲਾ ਭਾਰਤੀ ਮੂਲ ਦੀ ਅਮਰੀਕਨ ਵਿਦਿਆਰਥਣ ਕ੍ਰਿਸ਼ਨਾ ਜੈਸ਼ੰਕਰ ਨੇ ਕਾਨਫਰੰਸ USA ਇੰਡੋਰ ਵਿਖੇ ਹੋਏ ਮੁਕਾਬਲਿਆਂ ਵਿੱਚ ਗੋਲਾ ਸੁੱਟਣ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਹੈ। ਉਹ ਦੂਸਰੀ ਭਾਰਤੀ ਮੂਲ ਦੀ ਔਰਤ ਬਣ ਗਈ ਹੈ ਜਿਸਨੇ 15 ਮੀਟਰ ਗੋਲਾ ਸੁੱਟ ਕੇ ਚਾਂਦੀ ਦਾ ਤਮਗਾ ਆਪਣੇ ਨਾਂ ਕੀਤਾ। ਇਸ ਤੋਂ ਪਹਿਲਾਂ ਅੰਬਾਲਾ ਦੀ ਮਨਪ੍ਰੀਤ ਕੌਰ ਨੇ 2016 ਵਿੱਚ ਦੋਹਾ ਵਿੱਚ ਹੋਈ ਚੈਂਪੀਅਨਸ਼ਿਪ ਵਿੱਚ 15.21 ਮੀਟਰ ਗੋਲਾ ਸੁੱਟਿਆ। ਜੈ ਸ਼ੰਕਰ ਨੇ ਇਸ ਸੀਜ਼ਨ ਦੀ ਸ਼ੁਰੂਆਤ 14.10 ਮੀਟਰ ਗੋਲਾ ਸੁੱਟ ਕੇ ਕੀਤੀ ਸੀ ਪਰ USA ਇੰਡੋਰ ਮੁਕਾਬਲੇ ਵਿੱਚੋਂ 15 ਮੀਟਰ ਗੋਲਾ ਸੁੱਟਣ ਵਿੱਚ ਕਾਮਯਾਬ ਰਹੀ। ਜੈ ਸ਼ੰਕਰ ਦਾ ਪਿਛੋਕੜ ਚੇਈ ਨਾਲ ਸੰਬੰਧਿਤ ਹੈ। ਉਸਦੇ ਮਾਤਾ-ਪਿਤਾ ਪ੍ਰਸੰਨਾ ਜੈ ਸ਼ੰਕਰ ਤੇ ਜੈ ਸ਼ੰਕਰ ਮੈਨਨ ਮੰਨੇ ਪ੍ਰਮੰਨੇ ਬਾਸਕਟਬਾਲ ਖਿਡਾਰੀ ਨੇ। ਉਹ ਯੂਨੀਵਰਸਿਟੀ ਆਫ ਟੈਕਸਾਸ ਵਿੱਚ ਸਕਾਲਰਸ਼ਿਪ ਤੇ ਆਈ ਸੀ। ਯੂਨੀਵਰਸਿਟੀ ਨੇ ਉਸਦੀ ਖੇਡ ਕੁਸ਼ਲਤਾ ਨੂੰ ਨਿਖਾਰਿਆ। ਮਿਸ਼ੀਗਨ ਦੇ ਇੱਕ ਸਕੂਲ ਵਿੱਚ ਗੋਲੀਆਂ ਚਲਾ ਕੇ 4 ਵਿਦਿਆਰਥੀਆਂ ਦੀ ਹੱਤਿਆ ਕਰ ਦੇਣ ਦੇ ਮਾਮਲੇ ਵਿੱਚ ਸ਼ੱਕੀ ਦੋਸ਼ੀ ਐਥਾਨ ਦੇ ਮਾਪਿਆਂ ਵਿਰੁੱਧ ਗੈਰ ਇਰਾਦਾ ਕਤਲ ਦਾ ਮੁਕੱਦਮਾ ਚੱਲੇਗਾ। ਜੱਜ ਨੇ ਸਬੂਤਾਂ ਤੇ ਘਟਨਾਕ੍ਰਮ ਨੂੰ ਧਿਆਨ ਵਿੱਚ ਰੱਖਦਿਆਂ ਆਪਣੇ ਫੈਸਲੇ ਵਿੱਚ ਕਿਹਾ ਕਿ ਜੇਕਰ ਸ਼ੱਕੀ ਦੋਸ਼ੀ ਦੇ ਮਾਤਾ-ਪਿਤਾ ਜੇਮਸ ਤੇ ਜੈਨੀਫਰ ਕਰੂੰਬਲੇ ਆਪਣੇ ਪੁੱਤਰ ਦਾ ਧਿਆਨ ਰੱਖਦੇ ਤਾਂ 4 ਹੱਤਿਆਵਾਂ ਨੂੰ ਰੋਕਿਆ ਜਾ ਸਕਦਾ ਸੀ। ਡਿਸਟ੍ਰਿਕਟ ਕੋਰਟ ਜੱਜ ਜੂਲੀਏ ਨਿਲਕਸਨ ਨੇ ਕਿਹਾ ਕਿ ਸ਼ੱਕੀ ਦੋਸ਼ੀ ਦੇ ਮਾਤਾ-ਪਿਤਾ ਨੇ ਆਪਣੇ ਪੁੱਤਰ ਨੂੰ ਬਿਨਾਂ ਸੋਚੇ ਸਮਝੇ ਗਨ ਲੈ ਦਿੱਤੀ ਜੋ ਹੱਤਿਆਵਾਂ ਦਾ ਕਾਰਨ ਬਣੀ। ਇੱਥੇ ਜ਼ਿਕਰਯੋਗ ਹੈ ਕਿ ਪਿਛਲੇ ਸਾਲ 3 ਨਵੰਬਰ ਨੂੰ ਆਕਸਫੋਰਡ ਹਾਈ ਸਕੂਲ ਵਿੱਚ ਸ਼ੱਕੀ ਦੋਸ਼ੀ ਨੇ ਗੋਲੀਆਂ ਚਲਾ ਕੇ 4 ਵਿਦਿਆਰਥੀਆਂ ਦੀ ਹੱਤਿਆ ਕਰ ਦਿੱਤੀ ਸੀ ਤੇ ਇੱਕ ਅਧਿਆਪਕ ਸਮੇਤ 7 ਹੋਰਨਾਂ ਨੂੰ ਜ਼ਖਮੀ ਕਰ ਦਿੱਤਾ ਸੀ। 15 ਸਾਲਾ ਸ਼ੱਕੀ ਦੋਸ਼ੀ ਐਥਾਨ ਕਰੂੰਬਲੇ ਬੱਚਿਆਂ ਦੀ ਜੇਲ੍ਹ ਵਿੱਚ ਬੰਦ ਹੈ। ਯੂਕਰੇਨ ਵਿੱਚ ਰੂਸ ਦੀ ਸਰਹੱਦ ਨਾਲ ਲੱਗਦੇ ਸੂਮੀ ਸ਼ਹਿਰ ਦੇ ਰੂਸੀ ਸੈਨਿਕਾਂ ਦੇ ਕਬਜ਼ੇ ਮਗਰੋਂ ਘੱਟੋ-ਘੱਟ 400 ਭਾਰਤੀ ਵਿਦਿਆਰਥੀਆਂ ਨੇ ਇੱਕ ਬੇਸਮੈਂਟ ਵਿੱਚ ਆਸਰਾ ਲਿਆ ਹੈ ਅਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਉੱਥੋਂ ਕੱਢਿਆ ਜਾਵੇ। ਇਹਨਾਂ ਵਿਦਿਆਰਥੀਆਂ ਵਿੱਚ ਜ਼ਿਆਦਾਤਰ ਸੂਮੀ ਸਟੇਟ ਮੈਡੀਕਲ ਕਾਲਜ ਦੇ ਵਿਦਿਆਰਥੀ ਨੇ। ਉਹਨਾਂ ਨੇ ਕਿਹਾ ਕਿ ਬਾਹਰ ਗੋਲੀਆਂ ਦੀਆਂ ਆਵਾਜ਼ਾਂ ਸੁਣਨ ਕਰਕੇ ਉਹਨਾਂ ਨੂੰ ਆਪਣੀਆਂ ਸੁਰੱਖਿਆ ਦੀ ਚਿੰਤਾ ਹੈ। ਵਿਦਿਆਰਥੀ ਲਲਿਤ ਕੁਮਾਰ ਨੇ PTI ਨਾਲ ਗੱਲਬਾਤ ਦੌਰਾਨ ਕਿਹਾ, ਇਸ ਵੇਲੇ ਅਸੀਂ ਆਪਣੇ ਹੋਸਟਲ ਦੀ ਬੇਸਮੈਂਟ ਵਿੱਚ ਲੁਕੇ ਹੋਏ ਹਾਂ ਅਤੇ ਸਾਨੂੰ ਨਹੀਂ ਪਤਾ ਕਿ ਇੱਥੇ ਅਸੀਂ ਕਦੋਂ ਤੱਕ ਸੁਰੱਖਿਅਤ ਰਹਿ ਸਕਾਂਗੇ। ਅਸੀਂ ਭਾਰਤ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਸਾਨੂੰ ਯੂਕਰੇਨ ਦੇ ਪੂਰਬੀ ਇਲਾਕੇ 'ਚੋਂ ਸੁਰੱਖਿਅਤ ਕੱਢਿਆ ਜਾਵੇ। ਉਹਨਾਂ ਨੇ ਕਿਹਾ, ਆਪਣੇ ਆਪ ਯਾਤਰਾ ਕਰਨਾ ਸੰਭਵ ਨਹੀਂ ਹੈ। ਇੱਥੇ ਮਾਰਸ਼ਲ ਲਾ ਲਾਗੂ ਹੈ ਜਿਸ ਦਾ ਮਤਲਬ ਹੈ ਕਿ ਕੋਈ ਬਾਹਰ ਨਹੀਂ ਜਾ ਸਕਦਾ। ਕਾਰ, ਬੱਸ ਅਤੇ ਨਿੱਜੀ ਵਾਹਨ ਨਹੀਂ ਨਿਕਲ ਸਕਦੇ। ATM ਅਤੇ ਸੁਪਰਮਾਰਕੀਟਸ ਵੀ ਬੰਦ ਨੇ। ਵਿਦਿਆਰਥੀਆਂ ਨੇ ਉਸ ਬੇਸਮੈਂਟ ਦੀ ਵੀ ਵੀਡੀਓ ਸਾਂਝੀ ਕੀਤੀ ਹੈ ਜਿੱਥੇ ਉਹ ਲੁਕੇ ਹੋਏ ਨੇ। ਲਲਿਤ ਨਾਮ ਦੇ ਇੱਕ ਵਿਦਿਆਰਥੀ ਨੇ ਦੱਸਿਆ ਕਿ ਭਾਰਤ ਸਰਕਾਰ ਸਾਡੀ ਆਖਰੀ ਉਮੀਦ ਹੈ। ਅਸੀਂ ਆਪਣੇ ਦੇਸ਼ ਵਾਪਸ ਜਾਣਾ ਚਾਹੁੰਦੇ ਹਾਂ, ਸਾਡੀ ਮਦਦ ਕਰੋ। ਰੂਸ ਅਤੇ ਯੂਕਰੇਨ ਦਰਮਿਆਨ ਛਿੜੀ ਜੰਗ ਦਾ ਅਸਰ ਪੂਰੀ ਦੁਨੀਆ ਤੇ ਦੇਖਣ ਨੂੰ ਮਿਲ ਰਿਹਾ। ਸਭ ਤੋਂ ਵੱਧ ਅਸਰ ਬਾਜ਼ਾਰ ਤੇ ਪਿਆ।
ਭਾਰਤ ਸਮੇਤ ਪੂਰੀ ਦੁਨੀਆ ਦੀ ਸਟਾਕ ਮਾਰਕੀਟ ਵਿੱਚ ਉਥਲ-ਪੁਥਲ ਮਚੀ ਹੋਈ ਹੈ। ਬਾਜ਼ਾਰ ਮਾਹਿਰ ਦੱਸ ਰਹੇ ਨੇ ਕਿ ਜੰਗ ਸ਼ੁਰੂ ਹੋਣ ਤੋਂ 4-5 ਘੰਟਿਆਂ ਦੇ ਅੰਦਰ ਹੀ ਦੁਨੀਆ ਦੇ ਟੌਪ 20 ਸਭ ਤੋਂ ਅਮੀਰ ਲੋਕਾਂ ਦੀ ਜਾਇਦਾਦ ਵਿੱਚ 3.11 ਲੱਖ ਕਰੋੜ ਤੋਂ ਵੱਧ ਦੀ ਗਿਰਾਵਟ ਆ ਗਈ ਹੈ। ਕਾਰੋਬਾਰੀਆਂ ਨੂੰ 60,000 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਉਠਾਉਣਾ ਪਿਆ। ਰੂਸ ਅਤੇ ਯੂਕਰੇਨ ਵਿੱਚ ਯੁੱਧ ਕਾਰਨ ਦੁਨੀਆ ਦੇ ਟੌਪ 10 ਸਭ ਤੋਂ ਅਮੀਰ ਲੋਕਾਂ ਨੇ ਕੁਝ ਹੀ ਘੰਟਿਆਂ 'ਚ ਲੱਖਾਂ ਕਰੋੜਾਂ ਰੁਪਏ ਗਵਾ ਦਿੱਤੇ। ਅਮਰੀਕਾ, ਬ੍ਰਿਟੇਨ, ਜਾਪਾਨ, ਭਾਰਤ ਅਤੇ ਚੀਨ ਸਮੇਤ ਲਗਭਗ ਹਰ ਵੱਡੇ ਦੇਸ਼ ਦੇ ਸ਼ੇਅਰ ਬਾਜ਼ਾਰਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਸਭ ਤੋਂ ਵੱਧ ਨੁਕਸਾਨ ਉਠਾਉਣ ਵਾਲਿਆਂ ਦੀ ਲਿਸਟ ਵਿੱਚ ਐਲਨ ਮਸਕ ਸਭ ਤੋਂ ਉੱਪਰ ਨੇ। ਫੇਸਬੁੱਕ ਦੇ ਮਾਰਕ ਜ਼ਕਰਬਰਗ, ਮਾਈਕਰੋਸਾਫਟ ਦੇ ਬਿਲ ਗੇਟਸ ਅਤੇ ਬਰਨਾਰਡ ਅਰਨੌਲਟ ਅਤੇ ਜੈਫ ਬੇਜ਼ੋਸ ਦੀ ਕੁੱਲ ਜਾਇਦਾਦ ਵਿੱਚ 1.51 ਲੱਖ ਕਰੋੜ ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ। ਭਾਰਤ ਦੇ ਕਾਰੋਬਾਰੀਆਂ ਨੂੰ ਵੀ ਇਸ ਲੜਾਈ ਵਿੱਚ ਵੱਡਾ ਚੂਨਾ ਲੱਗਾ ਹੈ। ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨੂੰ 9,700 ਕਰੋੜ ਰੁਪਏ, HCL ਟੈਕਨੋਲੋਜੀ ਦੇ ਸ਼ਿਵ ਨਡਾਰ ਨੂੰ 5300 ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪਿਆ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਬਰਨ ਕੌਰ ਮਾਨ ਨੂੰ ਦਿਵਾ ਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੀਡੀਆ ਟੀਵੀ ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।